ਸਤਿ ਸ਼੍ਰੀ ਅਕਾਲ ਸਟੂਡੈਂਟਸ, ਮੈਂ ਰੁਪਿੰਦਰ ਕੌਰ, ਕੈਮਿਸਟਰੀ ਲੈਕਚਰਰ ਗੁਰੂ ਨਾਨਕ ਦੇਵ ਬਹੁਤ ਤਕਨੀਕੀ ਕਾਲਜ ਲੁਧਿਆਣਾ। ਸੋ ਅੱਜ ਜਿਹੜਾ ਟੌਪਿਕ ਮੈਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੀ ਹਾਂ, ਉਸ ਟੌਪਿਕ ਦਾ ਨਾਮ ਹੈ ਜੀ ਐਟੋਮਿਕ ਸਟਰਕਚਰ। ਸੋ ਇਹ ਸਾਡਾ ਸੈਕੰਡ ਚੈਪਟਰ ਜਿਹੜਾ ਅਪਲਾਈਡ ਕੈਮਿਸਟਰੀ 1 ਦਾ ਸ਼ੁਰੂ ਕਰਨ ਜਾ ਰਹੇ ਹਾਂ। ਐਟੋਮਿਕ ਸਟਰਕਚਰ ਮਤਲਬ ਜਿਹੜਾ ਅਸੀਂ ਪਰਮਾਣੂ ਬਾਰੇ ਜਾਣਦੇ ਹਾਂ, ਉਹਦਾ ਫੰਡਾਮੈਂਟਲ ਜਾਂ ਬੇਸਿਕ ਸਟਰਕਚਰ ਕੀ ਹੈ, ਰਾਈਟ? So Dalton, a British school teacher, in 1808 proposed that matter was made up of extremely small individual particles called atom. So Dalton, this is the name of a scientist, ਜਿਨ੍ਹਾਂ ਨੇ 1808 ਦੇ ਵਿੱਚ ਇੱਕ ਥਿਊਰੀ ਦਿੱਤੀ, that was Dalton atomic theory। ਜਿਸ ਥਿਊਰੀ ਦੇ ਮੁਤਾਬਿਕ ਜਿਹੜਾ ਮੈਟਰ ਹੈ ਉਹ ਛੋਟੇ ਛੋਟੇ ਪਾਰਟੀਕਲਸ ਦਾ ਬਣਿਆ ਹੁੰਦਾ ਹੈ, ਜਿਨ੍ਹਾਂ ਨੂੰ ਫਰਦਰ ਕੱਟਣਾ, ਜਿਹੜਾ ਫਰਦਰ ਤੋੜਨਾ ਪੋਸੀਬਲ ਨਹੀਂ ਹੁੰਦਾ, ਔਰ ਉਹਨਾਂ ਸਮਾਲ ਅਨਡਿਵਿਜ਼ੀਬਲ ਪਾਰਟੀਕਲਸ ਨੂੰ ਐਟਮਸ ਕਿਹਾ ਜਾਂਦਾ। ਔਰ ਗ੍ਰੀਕ ਵਰਡ ਐਟਮ ਦਾ ਮਤਲਬ ਹੁੰਦਾ ਹੈ ਅਨਕਟੇਬਲ, ਉਹ ਚੀਜ਼ ਜਿਹਨੂੰ ਫਰਦਰ ਕੱਟਿਆ ਨਾ ਜਾ ਸਕੇ। ਲੇਕਿਨ ਫਰਦਰ ਸਟੱਡੀਜ਼ ਤੋਂ ਬਾਅਦ ਇਹ ਪਤਾ ਲੱਗਿਆ ਕਿ ਐਟਮ ਜਿਹੜਾ ਹੈ ਉਹ ਪਦਾਰਥ ਦਾ ਫੰਡਾਮੈਂਟਲ ਪਾਰਟੀਕਲ ਨਹੀਂ ਹੁੰਦਾ, ਇਸ ਨੂੰ ਫਰਦਰ ਹੋਰ ਕੁਝ ਭਾਗਾਂ ਦੇ ਵਿੱਚ ਵੀ ਡਿਵਾਈਡ ਕੀਤਾ ਜਾਂਦਾ ਹੈ, ਔਰ ਉਹ ਪਾਰਟ ਜਿਹੜੇ ਹੁੰਦੇ ਆ ਉਹ ਹੈ ਇਲੈਕਟ੍ਰੋਨ, ਪ੍ਰੋਟੋਨ ਤੇ ਨਿਊਟਰੋਨਸ। ਸੋ ਇਹਨਾਂ ਫੰਡਾਮੈਂਟਲ ਪਾਰਟੀਕਲਸ ਦੀ ਰਿਸਰਚ ਜਿਹੜੀ ਹੈ ਕਿਸ ਤਰ੍ਹਾਂ ਹੋਈ, ਔਰ ਐਟਮ ਦਾ ਜਿਹੜਾ ਮੌਜੂਦਾ ਸਟਰਕਚਰ ਹੈ ਉਹ ਕਿਸ ਤਰ੍ਹਾਂ ਹੋਣ ਦੇ ਵਿੱਚ ਆਇਆ, ਸੋ ਉਹ ਅਸੀਂ ਐਟੋਮਿਕ ਸਟਰਕਚਰ ਚੈਪਟਰ ਦੇ ਵਿੱਚ ਹੀ ਡਿਸਕਸ ਕਰਾਂਗੇ। ਕਿਸ ਤਰ੍ਹਾਂ ਇਲੈਕਟ੍ਰੋਨ ਲੱਭੇ, ਕਿਸ ਤਰ੍ਹਾਂ ਪ੍ਰੋਟੋਨ ਲੱਭੇ, ਕਿਸ ਤਰ੍ਹਾਂ ਨਿਊਟਰਨ ਲੱਭੇ, ਔਰ ਇਹਨਾਂ ਸਾਰੇ ਪਾਰਟੀਕਲਸ ਦੀ ਐਟਮ ਦੇ ਵਿੱਚ ਤਰਤੀਬ ਕੀ ਹੁੰਦੀ ਆ। ਮਤਲਬ ਕਿ ਐਟਮ ਦਾ ਜਿਹੜਾ ਮੌਜੂਦਾ ਸਟਰਕਚਰ ਹੈ ਉਹ ਕਿੱਦਾਂ ਹਿਸਟਰੀ ਤੋਂ ਕੈਮਿਸਟਰੀ ਦੇ ਵਿੱਚ ਆਇਆ ਹੈ। ਪਹਿਲਾਂ ਅਸੀਂ ਉਹਦੀ ਹਿਸਟਰੀ ਪੜ੍ਹਾਂਗੇ, ਫਿਰ ਮੌਜੂਦਾ ਜੋ ਸਟਰਕਚਰ ਉਹਦੇ ਬਾਰੇ ਡਿਸਕਸ ਕਰਾਂਗੇ। ਸਾਰਿਆਂ ਨਾਲੋਂ ਪਹਿਲਾਂ ਅਸੀਂ ਇਲੈਕਟ੍ਰੋਨ ਦੀ ਖੋਜ ਬਾਰੇ ਪੜ੍ਹਾਂਗੇ। ਸੋ ਇਲੈਕਟ੍ਰੋਨ ਦੀ ਡਿਸਕਵਰੀ ਕਿਸ ਤਰੀਕੇ ਦੇ ਨਾਲ ਹੋਈ। ਇਲੈਕਟ੍ਰੋਨ ਦੀ ਡਿਸਕਵਰੀ ਜਿਹੜੀ ਹੈ ਉਹ ਡਿਸਚਾਰਜ ਟਿਊਬ ਐਕਸਪੈਰੀਮੈਂਟ ਦੇ ਥਰੂ ਹੋਈ ਹੈ, ਔਰ ਇਲੈਕਟ੍ਰੋਨ ਦੀ ਡਿਸਕਵਰੀ ਜੇ ਥੋਮਸਨ ਨਾਮ ਦੇ ਸਾਇੰਟਿਸਟ ਨੇ ਕੀਤੀ। ਔਰ ਇਲੈਕਟ੍ਰੋਨ ਬਾਰੇ ਜਿੰਨੀ ਵੀ ਇਨਫੋਰਮੇਸ਼ਨ ਹੈ ਉਹ ਇਸ ਡਿਸਚਾਰਜ ਟਿਊਬ ਐਕਸਪੈਰੀਮੈਂਟ ਦੇ ਥਰੂ ਹੀ ਸਾਡੇ ਕੋਲ ਜਿਹੜੀ ਆ ਉਹ ਇਕੱਠੀ ਹੋਈ ਹੈ। ਇਹ ਡਿਸਚਾਰਜ ਟਿਊਬ ਐਕਸਪੈਰੀਮੈਂਟ ਹੈ ਕੀ ਹੈ? ਇਹਦੇ ਵਿੱਚ ਇੱਕ ਕੱਚ ਦੀ ਬਣੀ ਹੋਈ ਟਿਊਬ ਜਿਹੜੀ ਆ ਉਹ ਲਿੱਤੀ ਜਾਂਦੀ ਹੈ, ਜਿਹਦੀ ਲੰਬਾਈ ਲਗਭਗ 50 ਸੈਂਟੀਮੀਟਰ ਲੰਬੀ ਹੁੰਦੀ ਹੈ, ਔਰ ਇਸ ਟਿਊਬ ਦੇ ਸਾਈਡਾਂ ਤੇ ਦੋ ਮੈਟਲ ਦੇ ਇਲੈਕਟ੍ਰੋਡ ਫਿੱਟ ਕੀਤੇ ਹੁੰਦੇ ਆ। ਇੱਕ ਇਲੈਕਟ੍ਰੋਡ ਨੂੰ ਬੈਟਰੀ ਦੇ ਨੈਗੇਟਿਵ ਟਰਮੀਨਲ ਦੇ ਨਾਲ ਜੋੜਿਆ ਹੁੰਦਾ ਤੇ ਦੂਸਰੇ ਇਲੈਕਟ੍ਰੋਡ ਨੂੰ ਬੈਟਰੀ ਦੇ ਪੋਜ਼ਿਟਿਵ ਟਰਮੀਨਲ ਨਾਲ ਜੋੜਿਆ ਹੁੰਦਾ ਹੈ, ਤਾਂ ਕਿ ਇਸ ਟਿਊਬ ਦੇ ਵਿੱਚ ਅਸੀਂ ਹਾਈ ਵੋਲਟੇਜ ਜਿਹੜੀ ਆ ਉਹ ਅਪਲਾਈ ਕੀਤੀ ਜਾ ਸਕੇ। ਸੋ ਇਸ ਟਿਊਬ ਨੂੰ ਵੈਕਿਊਮ ਪੰਪ ਦੇ ਨਾਲ ਜੋੜਿਆ ਹੁੰਦਾ, ਤਾਂ ਕਿ ਟਿਊਬ ਦੇ ਵਿੱਚ ਜਿਹੜਾ ਗੈਸ ਦਾ ਦਬਾਅ ਹੈ ਉਹਨੂੰ ਘਟਾਇਆ ਵਧਾਇਆ ਜਾ ਸਕੇ। ਔਰ ਇਸ ਦੇ ਨਾਲ ਹੀ ਇਹਦੇ 'ਚ ਹਾਈ ਵੋਲਟੇਜ ਅਪਲਾਈ ਕਰਨ ਵਾਸਤੇ ਜਿਹੜਾ ਸਾਡੇ ਕੋਲ ਬੈਟਰੀ ਲਗਾਈ ਹੁੰਦੀ ਹੈ, ਤਾਂ ਕਿ ਅਸੀਂ ਕਰੰਟ ਦੀ ਕੁਆਂਟਿਟੀ ਨੂੰ ਵਧਾ ਘਟਾ ਸਕੀਏ। ਸੋ ਆਹ ਜਿਹੜੀ ਫਿਗਰ ਹੈ ਸਾਡੇ ਕੋਲ ਕਾਹਦੀ ਡਰਾ ਕੀਤੀ ਹੋਈ ਹੈ, ਦਿਸ ਇਜ਼ ਦਾ ਫਿਗਰ ਫॉर ਕੈਥੋਡ ਰੇ ਟਿਊਬ। ਸੋ ਇਸ ਕੈਥੋਡ ਰੇ ਟਿਊਬ ਦੇ ਵਿੱਚ ਜਦੋਂ ਅਸੀਂ ਲੋ ਪ੍ਰੈਸ਼ਰ ਦੇ ਹਾਈ ਵੋਲਟੇਜ ਅਪਲਾਈ ਕਰਦੇ ਹਾਂ, ਕੈਥੋਡ ਦੇ ਵਿੱਚੋਂ ਕੁਝ ਖਾਸ ਤਰ੍ਹਾਂ ਦੀਆਂ ਕਿਰਨਾਂ ਜਿਹੜੀਆਂ ਉਹ ਕੈਥੋਡ ਤੋਂ ਨਿਕਲ ਕੇ ਐਨੋਡ ਵੱਲ ਨੂੰ ਟਰੈਵਲ ਕਰਦੀਆਂ। ਕਿਉਂਕਿ ਇਹ ਕਿਰਨਾਂ ਕੈਥੋਡ ਤੋਂ ਨਿਕਲ ਕੇ ਐਨੋਡ ਵੱਲ ਨੂੰ ਟਰੈਵਲ ਕਰਦੀਆਂ, ਇਸ ਕਰਕੇ ਇਹਨਾਂ ਕਿਰਨਾਂ ਨੂੰ ਅਸੀਂ ਨਾਮ ਦਿੰਦੇ ਹਾਂ, ਦੇ ਆਰ ਨੋਨ ਐਜ਼ ਦਾ ਕੈਥੋਡ ਰੇਜ਼। ਹੁਣ ਇਹ ਕੈਥੋਡ ਰੇ ਐਕਸਪੈਰੀਮੈਂਟ ਹੈ ਕਿ ਆਪਾਂ ਥੋੜਾ ਜਿਹਾ ਇਹਦੇ ਬਾਰੇ ਡਿਟੇਲ ਦੇ ਵਿੱਚ ਪੜਾਂਗੇ। ਸੋ ਆਬਜ਼ਰਵੇਸ਼ਨ ਡਿਊਰਿੰਗ ਐਕਸਪੈਰੀਮੈਂਟ, ਜਦੋਂ ਇਹ ਕੈਥੋਡ ਰੇ ਐਕਸਪੈਰੀਮੈਂਟ ਪਰਫਾਰਮ ਕੀਤਾ ਗਿਆ, ਇਹਦੇ ਦੌਰਾਨ ਕਿਹੜੀਆਂ ਚੀਜ਼ਾਂ ਆਬਜ਼ਰਵ ਕੀਤੀਆਂ ਗਈਆਂ। When the gas pressure inside the discharge tube is 1 atmospheric, no electric current flow through the tube। ਮਤਲਬ ਜਦੋਂ ਟਿਊਬ ਦੇ ਵਿੱਚ ਪ੍ਰੈਸ਼ਰ ਜਿਹੜਾ ਐਟਮੋਸਫੇਰਿਕ ਪ੍ਰੈਸ਼ਰ ਦੇ ਬਰਾਬਰ ਰੱਖਿਆ ਗਿਆ, ਐਟਮੋਸਫੇਰਿਕ ਪ੍ਰੈਸ਼ਰ 1 ਐਟਮੋਸਫੇਅਰ ਹੀ ਹੁੰਦਾ ਹੈ, ਤਦ ਅਸੀਂ ਦੇਖਿਆ ਕਿ ਉਸ ਟਿਊਬ ਦੇ ਵਿੱਚ ਕੋਈ ਵੀ ਜਿਹੜੀ ਆ ਉਹ ਕਿਰਨਾਂ ਹੈ ਉਹ ਪਾਸ ਨਹੀਂ ਹੋ ਰਹੀਆਂ ਸੀ। If the gas pressure is reduced to 10 raised to power -2 atmosphere, then high voltage is applied
an electric current flow and light is emitted by the residual gases। मतलब जे ਅਸੀਂ ਪ੍ਰੈਸ਼ਰ ਨੂੰ ਘਟਾ ਕੇ ਫਿਰ ਹਾਈ ਵੋਲਟੇਜ ਅਪਲਾਈ ਕੀਤੀ ਤਾਂ ਜਿਹੜੀ ਇਹ ਟਿਊਬ ਹੈ ਉਹਦੇ ਚੋਂ ਕਰੰਟ ਪਾਸ ਹੋਣਾ ਸ਼ੁਰੂ ਹੋ ਗਿਆ ਤੇ ਉਹ ਟਿਊਬ ਜਿਹੜੀ ਆ ਉਹਦੇ 'ਚ ਜਿਹੜੀਆਂ ਰੈਜ਼ੀਡਿਊ ਗੈਸਿਸ ਜਿਹੜੀਆਂ ਗੈਸਾਂ ਭਰੀਆਂ ਰਹਿ ਗਈਆਂ ਸੀਗੀਆਂ ਉਹ ਆਪਣੇ ਵਿੱਚੋਂ ਲਾਈਟ ਐਮਿਟ ਕਰਨੀ ਸ਼ੁਰੂ ਕਰ ਦਿੰਦੀਆਂ। ਦ ਕਲਰ ਆਫ ਦ ਲਾਈਟ ਡਿਪੈਂਡ ਅਪਨ ਦ ਨੇਚਰ ਆਫ ਦ ਗੈਸ। ਟਿਊਬ ਕਿਹੜੇ ਰੰਗ ਦੀ, ਜਿੱਦਾਂ ਅਸੀਂ ਨਿਓਨ ਟਿਊਬਿੰਗ ਦੇਖਦੇ ਹਾਂ ਉਹਦੇ 'ਚ ਜਿੱਦਾਂ ਦੀ ਗੈਸ ਭਰੀ ਹੁੰਦੀ ਹੈ ਤਾਂ ਉੱਦਾਂ ਦੀ ਜਿਹੜੀਆਂ ਟਿਊਬਸ ਹੈ ਉਹ ਗਲੋ ਕਰਦੇ ਨਾ, ਜਿਨ੍ਹਾਂ ਦੇ ਨਿਓਨ ਸਾਈਨ ਬਣਾਏ ਹੁੰਦੇ ਆ ਦੁਕਾਨਾਂ ਦੇ ਬਾਹਰ ਚਮਕਦੇ ਜੇ ਇਹ ਲਾਈਟ ਵਾਲੇ ਸਾਈਨ ਬੋਰਡ ਲਿਖੇ ਹੁੰਦੇ ਆ, ਉਹ ਇਸੇ ਪ੍ਰਿੰਸੀਪਲ ਤੇ ਆਧਾਰਿਤ ਹੈ। ਤਾਂ ਉਹ ਟਿਊਬ ਉਹੀਓ ਕਲਰ ਦਊਗੀ ਜਿਹੜੇ ਕਲਰ ਦੀ ਜਿਹੜੀ ਗੈਸ ਉਹਦੇ ਵਿੱਚ ਫਿਲ ਕੀਤੀ ਹੋਈ ਆ। ਇਫ ਦ ਗੈਸ ਪ੍ਰੈਸ਼ਰ ਇਜ਼ reduced to 10⁻⁻⁴ atmosphere, the gas start conducting the electricity but emission of light stop। ਮਤਲਬ ਜੇ ਅਸੀਂ ਪ੍ਰੈਸ਼ਰ ਨੂੰ ਹੋਰ ਵੀ ਜ਼ਿਆਦਾ ਘਟਾ ਦਈਏ ਤਾਂ ਉਹਦੇ ਵਿੱਚੋਂ ਇਲੈਕਟ੍ਰਿਸਿਟੀ ਪਾਸ ਹੋਣੀ ਬੰਦ ਹੋ ਜਾਊਗੀ। ਲਾਈਟ ਜਿਹੜੀ ਆ ਉਹ ਟਿਊਬ ਚਮਕ ਰਹੀ ਸੀ, ਆਪਣੇ ਚੋਂ ਲਾਈਟ ਦੇ ਰਹੀ ਸੀ, ਉਹ ਲਾਈਟ ਜਿਹੜੀ ਆ ਉਹ ਅਮਿਟ ਹੋਣੀ ਜਿਹੜੀ ਆ ਬੰਦ ਹੋ ਜੂਗੀ। ਐਂਡ ਟਿਊਬ ਬਿਗੇਨ ਟੂ ਗਲੋ ਐਟ ਦਾ ਐਨੋਡ ਐਂਡ। ਔਰ ਜਿਹੜੀ ਟਿਊਬ ਹੈ ਐਨੋਡ ਦੇ ਉੱਤੇ ਜ਼ਿੰਕ ਸਲਫਾਈਡ ਦੀ ਕੋਟਿੰਗ ਕੀਤੀ ਹੁੰਦੀ ਹੈ ਐਨੋਡ ਦੀ ਤੇ, ਤਾਂ ਉਸ ਸਾਈਡ ਤੋਂ ਜਿਹੜੀ ਇਹ ਟਿਊਬ ਹੈ ਉਹ ਗਲੋ ਕਰਨੀ ਸ਼ੁਰੂ ਹੋ ਜਾਂਦੀ ਹੈ ਵਿਦ ਗ੍ਰੀਨਿਸ਼ ਲਾਈਟ। ਇਸ ਪ੍ਰੋਸੈਸ ਨੂੰ ਅਸੀਂ ਫਲੋਰੈਸੈਂਸ ਕਹਿੰਦੇ ਆ। ਸੋ ਇਹ ਸਨ ਆਬਜ਼ਰਵੇਸ਼ਨ ਜਦੋਂ ਕਿ ਉਹ ਅਲੱਗ-ਅਲੱਗ ਪ੍ਰੈਸ਼ਰ ਅਪਲਾਈ ਕਰਕੇ ਹਾਈ ਵੋਲਟੇਜ ਅਪਲਾਈ ਕਰ ਰਹੇ ਸੀ ਕੈਥੋਡ ਰੇ ਐਕਸਪੈਰੀਮੈਂਟ ਦੇ ਵਿੱਚ, ਤਾਂ ਉਹਨਾਂ ਨੂੰ ਕੀ ਆਬਜ਼ਰਵੇਸ਼ਨ ਜਿਹੜੀਆਂ ਉਹਨਾਂ ਨੇ ਆਬਟੇਨ ਕੀਤੀਆਂ ਔਰ ਉਹਨਾਂ ਆਬਜ਼ਰਵੇਸ਼ਨ ਤੋਂ ਕਨਕਲੂਜਨ ਜਿਹੜੇ ਨਿਕਾਲੇ ਉਹ ਇਸ ਤਰ੍ਹਾਂ ਨੇ। ਫਲੋਰੈਸੈਂਸ ਵਾਸ ਡਿਊ ਟੂ ਦ ਬੰਬਾਰਡਮੈਂਟ ਆਫ ਰੇ ਅਮਿਟਡ ਫਰੋਮ ਕੈਥੋਡ ਵਿਦ ਦ ਵਾਲ ਆਫ ਟਿਊਬ। ਫਲੋਰੈਸੈਂਸ ਮਤਲਬ ਇੱਕ ਐਂਡ ਤੋਂ ਟਿਊਬ ਗਲੋ ਕਿਉਂ ਹੋਣੀ ਸ਼ੁਰੂ ਹੋ ਗਈ, ਕਿਉਂਕਿ ਕੈਥੋਡ ਕੋਲੋਂ ਨਿਕਲ ਕੇ ਖਾਸ ਤਰ੍ਹਾਂ ਦੀਆਂ ਕਿਰਨਾਂ ਜਿਹੜੀਆਂ ਸੀ ਐਨੋਡ ਵੱਲ ਨੂੰ ਟਿਊਬ ਦੀ ਵਾਲ ਤੇ ਟਕਰਾਉਂਦੀਆਂ ਸੀ। ਦੋਜ਼ ਰੇਜ਼ ਆਰ ਕਾਲਡ ਦਾ ਕੈਥੋਡ ਰੇਜ਼ ਬਿਕੋਜ਼ ਦੇ ਓਰੀਜਿਨੇਟ ਫਰੋਮ ਦਾ ਕੈਥੋਡ। ਉਹਨਾਂ ਕਿਰਨਾਂ ਨੂੰ ਅਸੀਂ ਕੈਥੋਡ ਰੇ ਇਸ ਕਰਕੇ ਗਿਆ ਕਿਉਂਕਿ ਕੈਥੋਡ ਤੋਂ ਨਿਕਲ ਟਰੈਵਲ ਕਰ ਰਹੀਆਂ ਸੀ ਉਹ। ਦਿਸ ਰੇ ਕੰਸਿਸਟ ਆਫ ਨੈਗੇਟਿਵਲੀ ਚਾਰਜ ਪਾਰਟੀਕਲ ਕਾਲਡ ਇਲੈਕਟ੍ਰੋਨ। ਔਰ ਇਹ ਰੇ ਕਿਸੇ ਖਾਸ ਤਰ੍ਹਾਂ ਦੇ, ਕਿਉਂਕਿ ਕੈਥੋਡ ਵੱਲੋਂ ਆ ਰਹੀ ਹੈ ਨਾ ਤੇ ਚਾਰਜ ਐਨੋਡ ਤੇ ਪੋਜ਼ਿਟਿਵ ਚਾਰਜ ਹੁੰਦਾ, ਤਾਂ ਕੈਥੋਡ ਵੱਲ ਨੂੰ ਉਹੀ ਚੀਜ਼ ਭੱਜ ਕੇ ਜਾਊਗੀ ਜਿਹਦੇ ਕੋਲ ਆਪਣੇ ਕੋਲ ਨੈਗੇਟਿਵ ਚਾਰਜ ਹੋਊਗਾ। ਤਾਂ ਉਹਨੇ ਇਹ ਪ੍ਰੈਡਿਕਟ ਕੀਤਾ ਕਿ ਕੈਥੋਡ ਕਿਰਨਾਂ ਕਿਸੇ ਖਾਸ ਤਰ੍ਹਾਂ ਦੇ ਨੈਗੇਟਿਵ ਚਾਰਜ ਵਾਲੇ ਪਾਰਟੀਕਲ ਦੀਆਂ ਬਣੀਆਂ ਹੁੰਦੀਆਂ, ਉਹਨਾਂ ਪਾਰਟੀਕਲਸ ਨੂੰ ਅਸੀਂ ਇਲੈਕਟ੍ਰੋਨਸ ਕਹਿੰਦੇ ਆ। ਅੱਗੇ ਆ ਗਿਆ ਜੀ ਪ੍ਰੋਪਰਟੀਜ਼ ਆਫ ਕੈਥੋਡ ਰੇ। ਕੈਥੋਡ ਰੇ ਜਿਹੜੇ ਆ ਇਹਨਾਂ ਦੇ ਖਾਸ ਗੁਣ ਕਿਹੜੇ ਹੁੰਦੇ ਆ। ਪਹਿਲਾ ਗੁਣ, ਕੈਥੋਡ ਰੇ ਟਰੈਵਲ ਇਨ ਸਟ੍ਰੇਟ ਲਾਈਨ। ਕੈਥੋਡ ਰੇ ਸਟ੍ਰੇਟ ਲਾਈਨ ਦੇ ਵਿੱਚ ਟਰੈਵਲ ਕਰਦੀਆਂ। ਇਹ ਗੱਲ ਕਿਵੇਂ ਪਤਾ ਲੱਗੀ ਇਹਨਾਂ ਨੂੰ, ਉਹਨਾਂ ਨੇ ਐਕਸਪੈਰੀਮੈਂਟਲੀ ਪ੍ਰੂਵ ਕੀਤਾ ਕਿ ਕੈਥੋਡ ਰੇ ਆ ਸਾਡੇ ਕੋਲ ਕੈਥੋਡ ਰੇ ਇਹ ਦਿੱਤੀਆਂ ਹੋਈਆਂ। ਉਹ ਕਹਿੰਦੇ ਜੇ ਕੈਥੋਡ ਰੇ ਦੇ ਰਸਤੇ ਦੇ ਵਿੱਚ ਕੋਈ ਸ਼ੈਡੋ ਲਗਾ ਦਈਏ, ਇਹ ਸ਼ੈਡੋ ਤੋਂ ਕੋਈ ਆਬਸਟੈਕਲ ਅਸੀਂ ਲਗਾ ਦਈਏ, ਇਹ ਆਬਸਟੈਕਲ ਤੋਂ ਉੱਪਰ ਦੀ ਹੋ ਕੇ ਨਹੀਂ ਲੰਘਦੀਆਂ, ਬਲਕਿ ਜਿੰਨੀ ਜਗ੍ਹਾ ਤੇ ਆਬਸਟੈਕਲ ਆ ਗਿਆ ਉਨੀ ਜਗ੍ਹਾ ਤੇ ਜਿਹੜੀਆਂ ਰੇ ਆ ਉਹ ਲੰਘਣੀਆਂ ਰੁਕ ਜਾਣਗੀਆਂ ਔਰ ਉਸ ਚੀਜ਼ ਦੀ ਪਿੱਛੇ ਸ਼ੈਡੋ ਬਣ ਜੂਗੀ। ਰਾਈਟ, ਸ਼ੈਡੋ ਬਣਨ ਕਰਕੇ ਸਾਨੂੰ ਉਨੀ ਜਗ੍ਹਾ ਤੇ ਹਨੇਰਾ ਦਿਖਾਈ ਦਿੰਦਾ। ਸ਼ੈਡੋ ਹਮੇਸ਼ਾ ਉਹ ਚੀਜ਼ ਹੀ ਬਣਾਉਂਦੀਆਂ ਜਿਹੜੀਆਂ ਸਿੱਧੇ ਸਟ੍ਰੇਟ ਲਾਈਨ ਦੇ ਵਿੱਚ ਟਰੈਵਲ ਕਰਦੀਆਂ। ਤਾਂ ਇਸ ਐਕਸਪੈਰੀਮੈਂਟ ਦੇ ਥਰੂ ਉਹਨਾਂ ਨੇ ਇਹ ਪ੍ਰੂਵ ਕੀਤਾ ਕਿ ਜਿਹੜੀਆਂ ਕੈਥੋਡ ਰੇ ਉਹ ਸਟ੍ਰੇਟ ਲਾਈਨ ਦੇ ਵਿੱਚ ਟਰੈਵਲ ਕਰਦੀਆਂ। ਸੈਕਿੰਡ ਪ੍ਰੋਪਰਟੀ ਉਹਨਾਂ ਨੇ ਕੀ ਕਹੀ ਹੈ ਜੀ, ਕੈਥੋਡ ਰੇ ਕੰਸਿਸਟ ਆਫ ਮਟੀਰੀਅਲ ਪਾਰਟੀਕਲ। ਜਿਹੜੀਆਂ ਕੈਥੋਡ ਰੇ ਆ ਕਿਸੇ ਸੋਲਿਡ ਚੀਜ਼ ਦੀਆਂ ਬਣੀਆਂ ਹੋਈਆਂ, ਪੱਥਰ ਵਰਗੀ ਸੋਲਿਡ ਚੀਜ਼ ਦੀਆਂ ਬਣੀਆਂ ਹੋਈਆਂ। ਔਰ ਇਸ ਚੀਜ਼ ਨੂੰ ਉਹਨਾਂ ਨੇ ਕਿਵੇਂ ਪ੍ਰੂਵ ਕੀਤਾ ਕਿ ਜਦੋਂ ਕੈਥੋਡ ਰੇ ਦੇ ਰਸਤੇ ਦੇ ਵਿੱਚ ਉਹਨਾਂ ਨੇ ਇੱਕ ਮਾਈਕੇ ਦਾ ਬਣਿਆ ਹੋਇਆ ਪੱਖਾ, ਭਮੀਰੀ ਜਾਂ ਵੀਲ ਲਗਾਤਾ। ਜਦੋਂ ਕੈਥੋਡ ਰੇ ਇਹ ਟਰੈਵਲ ਕਰ ਰਹੀਆਂ ਸੀ, ਜਦੋਂ ਇਸ ਵੀਲ ਦੇ ਨਾਲ ਆ ਕੇ ਸਟ੍ਰਾਈਕ ਕਰਦੀਆਂ ਸੀ ਤਾਂ ਵੀਲ ਨੇ ਘੁੰਮਣਾ ਸ਼ੁਰੂ ਕਰਤਾ। ਜਿਵੇਂ ਅਸੀਂ ਦੇਖਦੇ ਹਾਂ ਕਿ ਭਮੀਰੀ ਹਵਾ ਦੇ ਨਾਲ ਘੁੰਮਦੀ ਆ, ਇਹਦਾ ਮਤਲਬ ਉਹਦੇ ਨਾਲ ਕੋਈ ਚੀਜ਼ ਆ ਕੇ ਟਕਰਾਉਂਦੀ ਹੈ ਤਦ ਉਹ ਘੁੰਮਦੀ ਹੈ। ਇਸੇ ਤਰ੍ਹਾਂ ਕੈਥੋਡ ਰੇ ਮਤਲਬ ਇੱਕ ਹਵਾ ਨਹੀਂ ਹੈ, ਇਕੱਲੀਆਂ એનર્ਜੀ ਨਹੀਂ ਹੈਗੀਆਂ, ਬਲਕਿ ਇਹ ਰੇ ਜਿਹੜੀਆਂ ਕਿਸੇ ਮਟੀਰੀਅਲ ਪਾਰਟੀਕਲ ਦੀਆਂ ਬਣੀਆਂ ਹੋਈਆਂ। ਜਦੋਂ ਮਟੀਰੀਅਲ ਪਾਰਟੀਕਲ ਇਸ ਮਾਈਕਾ ਵੀਲ ਦੇ ਨਾਲ ਆ ਕੇ ਟਕਰਾਉਂਦੇ ਆ ਤਾਂ ਇਸ ਮਾਈਕਾ ਵੀਲ ਨੂੰ ਰੋਟੇਟ ਕਰਦੇ ਆ। ਤਾਂ ਇਸ ਐਕਸਪੈਰੀਮੈਂਟ ਨੇ ਪ੍ਰੂਵ ਕੀਤਾ ਕਿ ਕੈਥੋਡ ਰੇ ਆਰ ਮੇਡ ਅਪ ਆਫ ਸਮ ਮਟੀਰੀਅਲ ਪਾਰਟੀਕਲਸ। ਨੈਕਸਟ ਪ੍ਰੋਪਰਟੀ ਉਹਨਾਂ ਨੇ ਕੈਥੋਡ ਰੇ ਬਾਰੇ ਕੀ ਪੜ੍ਹੀ ਹੈ, ਦੇ ਕਾਜ਼ ਹੀਟਿੰਗ ਇਫੈਕਟ।
मतलब कैथोड रे किसी मटीਰੀयल पार्टिकल ਦੀਆਂ ਬਣੀਆਂ ਹੋਈਆਂ ਜਦੋਂ ਕਿਸੇ ਮਟੀਰੀਅਲ ਪਾਰਟੀਕਲ ਨੂੰ ਬਾਰ-ਬਾਰ ਕਿਸੇ ਸਰਫੇਸ ਦੇ ਨਾਲ ਅਸੀਂ ਟਕਰਾਵਾਂਗੇ ਤਾਂ ਉਹ ਉਸ ਚੀਜ਼ ਨੂੰ ਗਰਮ ਕਰ ਦਿੰਦੀ ਹੈ। ਜਿਵੇਂ ਕੋਈ ਸਰਫੇਸ ਹੈ, ਲੋਹੇ ਦੀ ਕੋਈ ਬਣੀ ਹੋਈ ਚੀਜ਼ ਹੈ, ਤੁਸੀਂ ਬਾਰ-ਬਾਰ ਉਹਦੇ ਤੇ ਪੱਥਰ ਮਾਰੀ ਚੱਲੋ ਤਾਂ ਤੁਸੀਂ ਥੋੜੀ ਦੇਰ ਬਾਅਦ ਦੇਖੋਗੇ ਕਿ ਰਗੜ ਕਰਕੇ ਉਹ ਜਿਹੜੀ ਮੈਟਲ ਦੀ ਸਰਫੇਸ ਹੈ ਹੀਟ ਅਪ ਹੋ ਜਾਂਦੀ ਆ। ਇਹਦਾ ਮਤਲਬ ਜਦੋਂ ਪੱਥਰ ਵਰਗੀ ਚੀਜ਼ ਉਹਦੇ ਨਾਲ ਜਾ ਕੇ ਟਕਰਾਈ ਹੈ ਤਾਂ ਉਹ ਸਰਫੇਸ ਜਿਹੜੀ ਹੈ ਹੀਟ ਹੁੰਦੀ ਹੈ। ਇਸੇ ਤਰੀਕੇ ਦੇ ਨਾਲ ਕੈਥੋਡ ਰੇ ਕਿਸੇ ਮਟੀਰੀਅਲ ਪਾਰਟੀਕਲ ਦੀਆਂ ਬਣਦੀਆਂ ਜਦੋਂ ਇਹ ਕਿਸੇ ਵੀ ਸਰਫੇਸ ਨਾਲ ਜਾ ਕੇ ਟਕਰਾਉਂਦੀਆਂ ਤਾਂ ਇਹ ਹੀਟਿੰਗ ਇਫੈਕਟ ਪੈਦਾ ਕਰ ਦਿੰਦੀਆਂ, ਉਸ ਸਰਫੇਸ ਨੂੰ ਹੀਟ ਅਪ ਕਰ ਦਿੰਦੀਆਂ। When electric field is applied on the cathode rays, they get deflected toward the positive plate. This shows that cathode ray carry the negative charge. मतलब जे कैथोड रे दे रस्ते दे विच असी इलैक्ट्रिक फील्ड अप्लाई कर दईए, इलैक्ट्रिक फील्ड अप्लाई करन दा मतलब है ये कैथोड रे एक बीम दी फॉर्म दे विच जा रही हैं, साडे कोल एक सिंगल रे दी बीम दी फॉर्म च जा रही हैं। ਅਸੀਂ ਕੀ ਕੀਤਾ, ਇੱਕ ਸਾਈਡ ਤੇ ਬੈਟਰੀ ਦਾ ਪੋਜ਼ਿਟਿਵ ਐਂਡ ਕਿਸੇ ਹੋਰ ਬੈਟਰੀ ਦਾ ਪੋਜ਼ਿਟਿਵ ਐਂਡ ਲਗਾਤਾ, ਇੱਕ ਸਾਈਡ ਤੇ ਨੈਗੇਟਿਵ ਐਂਡ ਲਗਾਤਾ। ਤਾਂ ਜਦੋਂ ਅਸੀਂ ਇਹ ਆਪੋਜ਼ਿਟ ਇਹਦੇ ਨਾਲ ਅਸੀਂ ਇਲੈਕਟ੍ਰਿਕ ਫੀਲਡ ਅਪਲਾਈ ਕਰ ਦਿੱਤਾ, ਇਹਨਾਂ ਦੇ ਰਸਤੇ ਦੇ ਵਿੱਚ ਇੱਕ ਸਿਰਾ ਪੋਜ਼ਿਟਿਵ ਹੈ, ਇੱਕ ਨੈਗੇਟਿਵ ਹੈ। ਹੁਣ ਕੈਥੋਡ ਰੇ ਕਿਉਂਕਿ ਸਾਨੂੰ ਪਤਾ ਹੈ ਕਿ ਅਸੀਂ ਪਹਿਲਾਂ ਕਹਿ ਚੁੱਕੇ ਹਾਂ ਕਿ ਨੈਗੇਟਿਵ ਪਾਰਟੀਕਲ ਦੀਆਂ ਬਣੀਆਂ ਹੁੰਦੀਆਂ, ਇਸ ਚੀਜ਼ ਨੇ ਇਸ ਚੀਜ਼ ਦੀ ਪੁਸ਼ਟੀ ਕਰਤੀ ਕਿ ਜਦੋਂ ਇਲੈਕਟ੍ਰਿਕ ਫੀਲਡ ਅਪਲਾਈ ਕੀਤਾ ਗਿਆ ਤਾਂ ਕੈਥੋਡ ਰੇ ਇਸ ਇਲੈਕਟ੍ਰਿਕ ਫੀਲਡ ਦੇ ਪੋਜ਼ਿਟਿਵ ਟਰਮੀਨਲ ਵੱਲ ਨੂੰ ਮੁੜਨੀਆਂ ਸ਼ੁਰੂ ਹੋ ਗਈਆਂ। ਦਿਸ ਮੀਨ ਟੂ ਸੇ ਕੈਥੋਡ ਰੇ ਜਿਹੜੀਆਂ ਖੁਦ ਕਿਸੇ ਨੈਗੇਟਿਵ ਪਾਰਟੀਕਲ ਦੀਆਂ ਬਣੀਆਂ ਹੋਈਆਂ ਤਾਂ ਹੀ ਉਹ ਇਸ ਪੋਜ਼ਿਟਿਵ ਟਰਮੀਨਲ ਵੱਲ ਨੂੰ ਅਟਰੈਕਟ ਹੋਈਆਂ। ਸੋ ਕੈਥੋਡ ਰੇ are made up of some negatively charged particle, क्योंकि ये इलैक्ट्रिक फील्ड अप्लाई करन दे उहदे पॉजिटिव टर्मिनल वाल नूं डिफ्लैक्ट हुंदियां। They produce X-ray when strike against the surface of hard metal like tungsten, copper, molybdenum। जे इन्हां कैथोड रे दे रस्ते दे विच कोई भी हार्ड मैटल रख दित्ती जावे, ये उहनां नाल टकरा के एक नवे तरह दीयां किरणां पैदा करदियां, ਉਹਨਾਂ ਨੂੰ ਐਕਸ-ਰੇ ਕਹਿੰਦੇ ਆ। ਬੇਟਾ ਐਕਸ-ਰੇ ਜਿਹੜੀਆਂ ਐਕਸ-ਰੇ ਦਾ ਨਾਮ ਐਕਸ-ਰੇ ਕਿਉਂ ਰੱਖਿਆ ਗਿਆ ਸੀ, ਕਿਉਂਕਿ ਜਦੋਂ ਕੈਥੋਡ ਰੇ ਐਕਸਪੈਰੀਮੈਂਟ ਹੋਇਆ ਉਸ ਟਾਈਮ ਉਹਨਾਂ ਨੂੰ ਇਹ ਨਹੀਂ ਸੁੱਝੀ ਵੀ ਇੱਕ ਨਵੇਂ ਤਰ੍ਹਾਂ ਦੀਆਂ ਰੇ ਤਾਂ ਸਾਨੂੰ ਦਿਸਣੀਆਂ ਸ਼ੁਰੂ ਹੋ ਗਈਆਂ ਤਾਂ ਇਹਨੂੰ ਅਸੀਂ ਕੀ ਨਾਮ ਦਈਏ, ਤਾਂ ਉਹਨਾਂ ਨੇ ਇਹਨਾਂ ਰੇਸ ਦਾ ਨਾਮ ਐਕਸ-ਰੇ ਰੱਖ ਦਿੱਤਾ ਕਿਉਂਕਿ ਈ ਰੋਇੰਟਜਨ ਨੇ ਇਹਨਾਂ ਰੇਸ ਨੂੰ ਡਿਸਕਵਰ ਕੀਤਾ ਸੀ, ਇਸ ਕਰਕੇ ਇਹਨਾਂ ਨੂੰ ਰੋਇੰਟਜਨ ਰੇ ਵੀ ਕਹਿੰਦੇ ਆ, ਪਰ ਅੱਜ ਤੱਕ ਅਸੀਂ ਇਹਨਾਂ ਰੇਸ ਨੂੰ ਐਕਸ-ਰੇ ਦੇ ਨਾਲ ही बुलाने आ। दे इफेक्ट द फोटोग्राफिक प्लेट, और जे इन्हां कैथोड रे किरणां नूं किसी फोटोग्राफिक प्लेट ते टकराइए तो ये फोटोग्राफिक प्लेट ते अपना इफेक्ट दिंदियां, अपनी शैडो दिंदियां, उन्हां दा कलर चेंज कर दिंदियां। दे काज द आयोनाइजेशन ऑफ गैस थ्रू विच दे पास। जे असी कैथोड किरणां नूं किसी गैस दे विचों दी पास कर दईए तो ये उन्हां चों इलैक्ट्रॉन कढ के लै जांदियां ते पॉजिटिव कण पिछे छड्ड जांदियां। इस प्रोसैस नूं असी कहने आयोनाइजेशन ऑफ गैस। ਤਾਂ ਜਿਹੜੀਆਂ ਵੀ ਗੈਸ ਦੇ ਵਿੱਚੋਂ ਅਸੀਂ ਕੈਥੋਡ ਕਿਰਨਾਂ ਨੂੰ ਪਾਸ ਕਰਾਂਗੇ, ਮੰਨ ਲਓ ਸਾਡੇ ਕੋਲ ਆ ਟਿਊਬ ਹੈ, ਇਹਦੇ ਵਿੱਚ ਕੋਈ ਗੈਸ ਫਿਲ ਕੀਤੀ ਹੈ, ਜਦੋਂ ਇਹ ਕੈਥੋਡ ਰੇ ਇਸ ਗੈਸ ਦੇ ਕਣਾਂ ਦੇ ਨਾਲ ਟਕਰਾਣਗੀਆਂ ਤੇ ਇਹ ਉਹਨਾਂ ਚੋਂ ਇਲੈਕਟ੍ਰੋਨ ਇਹ ਕੱਢ ਕੇ ਲੈ ਜਾਣਗੀਆਂ ਤਾਂ ਪਿੱਛੇ ਜਿਹੜੇ ਪੋਜ਼ਿਟਿਵਲੀ ਚਾਰਜ ਪਾਰਟੀਕਲ ਰਹਿ ਜਾਂਦੇ ਆ, ਇਲੈਕਟ੍ਰੋਨ ਅਲੱਗ ਹੋ ਜਾਂਦੇ ਆ, ਪੋਜ਼ਿਟਿਵਲੀ ਚਾਰਜ ਪਾਰਟੀਕਲ ਅਲੱਗ ਹੋ ਜਾਂਦੇ ਆ। ਇਸ ਪ੍ਰੋਸੈਸ ਨੂੰ ਕਹਿੰਦੇ ਆ ਆਇਓਨਾਈਜੇਸ਼ਨ, मतलब चीज़ दे आयन बना देना। तो कैथोड रे किरणां जिहड़ी भी गैस दे विचों निकलदियां उहदी आयोनाइजेशन कर दिंदी है। नैक्सट लास्ट प्रॉपर्टी इन्होंने लिखी है E/M रेशो, चार्ज ओवर मास रेशो ऑफ कैथोड रे इज सेम फॉर ऑल द गैसेस। इस पॉइंट का मतलब है कि इन्हां कैथोड रे ट्यूब दे विच तुसीं जिहड़ी मर्जी गैस फिल करके इस एक्सपैरीमेंट नूं रिपीट कर लो, चाहे हाइड्रोजन रिपीट कर पा दो ये, चाहे क्लोरीन, चाहे नाइट्रोजन, चाहे ऑक्सीजन, जिहड़ी मर्जी गैस नूं लो प्रैशर दे विच इहदे विच फिल कर लो, जिहड़ियां इन्हां दे विचों कैथोड रे निकलणगियां उन्हां दी चार्ज ते मास रेशो, मतलब इन्हां दे जिहड़े भी पार्टिकल दियां बनदियां उन्हां दे उत्ते चार्ज भी सेम होगा और हर एक गैस दे पार्टिकल दा जिहड़ा मास है वो भी सेम होगा। सो इसे करके क्योंकि कैथोड रे इलैक्ट्रॉन दियां बनियां होईयां और हर एक
ਮੈਟਰ ਦੇ ਵਿੱਚ ਇਹਨਾਂ ਇਲੈਕਟ੍ਰੋਨ ਦੀ ਚਾਰਜ ਓਵਰ ਮਾਸ ਰੇਸ਼ੋ ਸੇਮ ਹੁੰਦੀ ਹੈ। ਇਸ ਕਰਕੇ ਜਿਹੜੀਆਂ ਕੈਥੋਡ ਰੇ ਨੂੰ ਬਣਾਉਣ ਵਾਲੇ ਪਾਰਟੀਕਲ ਹੈ ਜਿਨ੍ਹਾਂ ਨੂੰ ਅਸੀਂ ਇਲੈਕਟ੍ਰੋਨ ਕਿਹਾ, ਇਹਨਾਂ ਨੂੰ ਅਸੀਂ ਯੂਨੀਵਰਸਲ ਪਾਰਟੀਕਲ ਵੀ ਕਹਿੰਦੇ ਆ। ਸੋ ਕੈਥੋਡ ਰੇ ਪਾਰਟੀਕਲਸ ਆਰ ਨੋਨ ਐਜ਼ electrons, and electrons, these electrons have same charge over mass ratio in all the gases, so these electrons are also known as the universal particles. ਸੋ ਇਹਨਾਂ ਕੈਥੋਡ ਕਿਰਨਾਂ ਦੇ ਐਕਸਪੈਰੀਮੈਂਟ ਦੇ ਨਾਲ ਸਾਇੰਟਿਸਟ ਨੇ ਇੱਕ ਨਵੇਂ ਪਾਰਟੀਕਲ ਜਿਹੜੇ ਉਹਨਾਂ ਦੀ ਖੋਜ ਕੀਤੀ, ਉਹਨਾਂ ਪਾਰਟੀਕਲਸ ਨੂੰ ਉਹਨਾਂ ਨੇ ਇਲੈਕਟ੍ਰੋਨਸ ਕਿਹਾ। Properties of electron ਕੀ ਹੈ? Further the experiment were carried out to determine the exact charge and mass on electron। ਮਤਲਬ ਸਾਇੰਟਿਸਟ ਨੂੰ ਪਤਾ ਲੱਗ ਗਿਆ ਇਲੈਕਟ੍ਰੋਨ ਤੇ ਨੈਗੇਟਿਵ ਚਾਰਜ ਹੈ, ਠੀਕ ਹੈ। ਉਹਨਾਂ ਨੇ ਅਲੱਗ-ਅਲੱਗ ਐਕਸਪੈਰੀਮੈਂਟ ਪਰਫਾਰਮ ਕੀਤੇ ਜਿਨ੍ਹਾਂ ਦੇ ਥਰੂ ਇਲੈਕਟ੍ਰੋਨ ਦਾ ਸਹੀ ਚਾਰਜ ਤੇ ਮਾਸ ਵੀ ਕੈਲਕੂਲੇਟ ਕੀਤਾ ਜਾ ਸਕੇ। From Thomson experiment, charge over mass ratio of electron is 1.76 into 10 raised to power 8 कूलम पर ग्राम। और दूसरा एक्सपेरिमेंट मिलिकन्स एक्सपेरिमेंट परफॉर्म किया गया और ਇਹਦੇ ਥਰੂ ਇਹਦਾ ਚਾਰਜ ਓਵਰ ਮਾਸ ਰੇਸ਼ੋ E ਓਵਰ M ਰੇਸ਼ੋ ਹੈ। ਇੱਥੇ ਐਗਜ਼ੈਕਟ ਚਾਰਜ ਮਿਲਿਕਨ ਐਕਸਪੈਰੀਮੈਂਟ ਦੇ ਥਰੂ ਫਾਈਂਡ ਆਊਟ ਕੀਤਾ ਗਿਆ ਔਰ ਇੱਕ ਇਲੈਕਟ੍ਰੋਨ ਤੇ ਜਿਹੜਾ ਐਗਜ਼ੈਕਟ ਚਾਰਜ ਹੈ ਇਹਦਾ ਸਾਈਨ ਮਾਈਨਸ ਹੋਊਗਾ ਔਰ ਉਹ ਚਾਰਜ ਕਿੰਨਾ ਹੈ 1.602 into 10 raised to power -19 ਕੂਲਮ ਪਰ ਇਲੈਕਟ੍ਰੋਨ। और मिलिकन एक्सपैरीमेंट ਜਿਹੜਾ ਸੀ दैट वाज ऑयल ड्रॉप एक्सपैरीमेंट जो कि ਤੁਹਾਡੇ ਸਿਲੇਬਸ 'ਚ ਨਹੀਂ ਹੈਗਾ ਬਟ ਇਸ ਐਕਸਪੈਰੀਮੈਂਟ ਦੇ ਥਰੂ ਇਲੈਕਟ੍ਰੋਨ ਦੇ ਉੱਤੇ ਚਾਰਜ ਲੱਭਿਆ ਗਿਆ ਸੀ। ਮਾਸ ਆਫ ਇਲੈਕਟ੍ਰੋਨ ਔਰ ਇਲੈਕਟ੍ਰੋਨ ਦਾ ਮਾਸ ਕੈਲਕੂਲੇਟ ਕਰਨ ਵਾਸਤੇ ਇੱਕ ਮੈਥਮੈਟੀਕਲ ਐਕਸਪ੍ਰੈਸ਼ਨ ਯੂਜ਼ ਕੀਤਾ ਗਿਆ दैट इज E over M। E मतलब चार्ज ओवर मास रेशो और इस नु सिंपलीफाई करके साढ़े को आंसर आया 9.11 into 10 raised to power -28 ग्राम पर इलेक्ट्रॉन। सो दिस इज द चार्ज ऑन दिस इज द मास ऑफ ए सिंगल इलेक्ट्रॉन। जे ग्राम च कढ़ना तो ਜਿਹੜਾ ਸਾਡੇ ਕੋਲ ਇਹਦਾ ਸਾਈਨ ਹੈ -28 ਹੋ ਜਾਊਗਾ और जे तुसी किलोग्राम च कढ़ना है तो 3 0 होर ला दो दैट विल बी -31। सो इस सारे एक्सपैरीमेंट तो बाद जो असी इलैक्ट्रॉन की डेफिनेशन कनकलूड की है वो है वट इज़ एन इलैक्ट्रॉन। इलैक्ट्रॉन को जनरली E नाल दस्सिया जांदा और ਇਹਦੇ ਉੱਤੇ माइनस पा दिंदे आ। दिस इज द साइन फॉर इलैक्ट्रॉन। It was discovered by J.J. Thomson in year 1897. It is a negatively charged particle and carried a charge of 1.602 into 10 raised to power -19 coulomb। ਅਦਰਵਾਈਜ਼ ਨੈਗੇਟਿਵਲੀ ਚਾਰਜ ਪਾਰਟੀਕਲ ਹੁੰਦੇ ਹਨ ਔਰ ਇਹਨਾਂ ਤੇ ਐਗਜ਼ੈਕਟ ਚਾਰਜ ਕਿੰਨਾ ਹੈ 1.602 into 10 raised to power -19 ਕੂਲਮ ਪਰ ਇਲੈਕਟ੍ਰੋਨ। और इस चार्ज ਨੂੰ ਅਸੀਂ यूनिट नैगेटिव चार्ज भी मानते हैं -1। यूनिट नैगेटिव मीन टू से दिस चार्ज इज आल्सो नोन एज -1 एंड हैज़ नेगलिजिबल मास। और ਜਿਹੜਾ ਇਲੈਕਟ੍ਰੋਨ ਦਾ ਮਾਸ ਹੈ ਬਿਲਕੁਲ ਨਾ ਦੇ ਬਰਾਬਰ ਹੀ ਹੁੰਦਾ ਹੈ। ਨਾ ਦੇ ਬਰਾਬਰ ਦੇਖੋ ਤੁਸੀਂ 9.11 ਉਹਨੂੰ ਕਿੰਨੀਆਂ ਜ਼ੀਰੋ ਨਾਲ ਡਿਵਾਈਡ ਕੀਤਾ ਹੋਇਆ 28 ਜ਼ੀਰੋ ਦੇ ਨਾਲ ਔਰ ਇਹ ਜਿਹੜੀ ਕੁਆਂਟੀਟੀ ਹੈ ਬਿਲਕੁਲ ਨਾ ਦੇ ਬਰਾਬਰ ਹੁੰਦੀ ਹੈ ਔਰ ਦਿਸ ਮਾਸ ਇਜ਼ 1/1837 ਆਫ ਦਾ ਮਾਸ ਆਫ ਏ ਹਾਈਡਰੋਜਨ ਐਟਮ। ਔਰ ਇੱਕ ਇਲੈਕਟ੍ਰੋਨ ਦਾ ਮਾਸ ਜਿਹੜਾ ਇੱਕ ਹਾਈਡਰੋਜਨ ਐਟਮ ਦੇ 1837ਵੇਂ ਹਿੱਸੇ ਦੇ ਬਰਾਬਰ ਹੁੰਦਾ ਹੈ ਔਰ ਇਸ ਨੂੰ ਰਿਪਰੈਜ਼ੈਂਟ ਅਸੀਂ ਕਿਸ ਤਰ੍ਹਾਂ ਕਰਦੇ ਹਾਂ -1। ਸੋ ਦਿਸ ਇਜ਼ ਦ ਸਾਈਨ ਵਿਚ ਵੀ ਕੈਨ ਯੂਜ਼ ਟੂ ਰਿਪਰੈਜ਼ੈਂਟ ਐਨ ਇਲੈਕਟ੍ਰੋਨ। ਸੋ ਸਟੂਡੈਂਟ, ਦਿਸ ਇਜ਼ ਆਲ ਅਬਾਊਟ ਦ history how the electrons were discovered.